सत श्री अकाल जी, वेलकम बैक टू माई चैनल। सो अज आप तुहानूं कोई इन्फॉर्मेशन भी कुछ देवांगे तो कुछ सिटीज़ के नाम भी दसांगे जिन्हां दी अपडेट अपने कोल आई है। सो तुसीं जी एक तो ये क्वेश्चन भी हुंदा है ज़्यादातर भी ਇਹੋ ਕਿਹੜੇ पेपर ਹੁੰਦੇ ਹਨ ਜਿਹੜੇ ਇੱਥੇ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ, ਇੱਕ ਇਹ ਵੀ ਕੁਐਸਚਨ ਹੁੰਦਾ ਹੈ। ਸੋ ਆਪਾਂ ਇਹਦੇ ਬਾਰੇ ਇਨਫੋਰਮੇਸ਼ਨ ਕਲੈਕਟ ਕੀਤੀ ਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ। ਤੇ ਜਿਹੜਾ ਇਟਲੀ ਦਾ ਜਿਹੜਾ ਨਿਊ ਸਰਕੂਲਰ ਗਵਰਨਮੈਂਟ ਵੱਲੋਂ ਪਾਸ ਕੀਤਾ ਗਿਆ ਹੈ, ਨਵਾਂ ਬਿਆਨ ਪਾਸ ਕੀਤਾ ਗਿਆ ਹੈ, ਉਸ ਬਾਰੇ ਵੀ ਆਪਾਂ ਤੁਹਾਨੂੰ ਅੱਜ ਦੱਸਾਂਗੇ ਕਿ ਉਸ ਦਾ ਪੇਪਰ ਨਿਕਲਣ 'ਤੇ ਹੁਣ ਕੀ ਅਸਰ ਪਿਆ ਹੈ। ਸੋ ਇਹ ਸਾਰੀਆਂ ਅਪਡੇਟਸ ਤੇ ਨਿਊ ਇਮੀਗ੍ਰੇਸ਼ਨ ਦੀ ਵੀ ਅਪਡੇਟ ਤੁਹਾਨੂੰ ਦੇਵਾਂਗੇ, ਠੀਕ ਹੈ। ਨਿਊ ਇਮੀਗ੍ਰੇਸ਼ਨ ਬਾਰੇ ਵੀ ਪੁੱਛਿਆ ਗਿਆ ਸੀ ਕਿ ਨਿਊ ਇਮੀਗ੍ਰੇਸ਼ਨ ਕਦ ਓਪਨ ਹੋਏਗੀ, ਅਤੇ ਨਾਲੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਸ ਸਿਟੀ ਵਿੱਚ ਸਭ ਤੋਂ ਜ਼ਿਆਦਾ ਪੇਪਰ ਭਰੇ ਜਾਂਦੇ ਹਨ। ਸੋ ਚਲੋ ਜੀ ਸਟਾਰਟ ਕਰ ਲੈਂਦੇ ਹਾਂ ਅੱਜ ਦੀ ਨਿਊਜ਼। ਅਤੇ ਸਭ ਤੋਂ ਜ਼ਿਆਦਾ ਪੇਪਰ ਭਰੇ ਜਾਂਦੇ ਹਨ ਜੀ ਨਾਪੋਲੀ ਵਿੱਚ, ਠੀਕ ਹੈ। ਸਭ ਤੋਂ ਜ਼ਿਆਦਾ ਕੋਟਾ ਉੱਥੇ ਹੀ ਨਿਕਲਦਾ ਹੈ ਅਤੇ ਸਭ ਤੋਂ ਜ਼ਿਆਦਾ ਪੇਪਰ ਵੀ ਉੱਥੇ ਹੀ ਭਰੇ ਜਾਂਦੇ ਹਨ ਅਤੇ ਸਭ ਤੋਂ ਜ਼ਿਆਦਾ ਪੇਪਰ ਨਿਕਲਦੇ ਵੀ ਉੱਥੇ ਹੀ ਹਨ, ਠੀਕ ਹੈ। ਅਤੇ ਅੱਜ ਵੀ ਹੁਣ ਆਪਾਂ ਨੂੰ ਸ਼ਾਮਾਂ ਨੂੰ ਜਦੋਂ ਨਿਊਜ਼ ਮਿਲੀ ਅਤੇ ਉੱਥੇ ਦੋ ਨੂਲੇ ਵਾਸਤੇ ਮਿਲੇ ਸੀ। ਅਤੇ ਕਈ ਲੋਕ ਇੱਦਾਂ ਵਿੱਚ ਕਮੈਂਟ 'ਚ ਲਿਖ ਦਿੰਦੇ ਹਨ ਕਿ ਨਾਪੋਲੀ ਵਿੱਚ ਇੱਕੋ ਨੂਲਾ ਵਾਸਤਾ ਮਿਲਿਆ ਹੈ ਜਾਂ ਦੋ ਮਿਲੇ ਹਨ। ਜੀ ਮੈਨੂੰ ਜਿੰਨੇ ਦੀ ਇਨਫੋਰਮੇਸ਼ਨ ਮੇਰੇ ਕੋਲ ਹੋਏਗੀ ਮੈਂ ਓਨਾ ਹੀ ਦੱਸਾਂਗੀ। ਅਗਰ ਦੋ ਮਿਲੇ ਹਨ ਤਾਂ ਮੈਂ ਦੋ ਹੀ ਦੱਸਾਂਗੀ, ਅਗਰ ਤਿੰਨ ਮਿਲੇ ਹਨ ਤਾਂ ਤਿੰਨ ਹੀ ਦੱਸਾਂਗੀ, ਅਗਰ ਦੋ ਮਿਲੇ ਹਨ ਤਾਂ ਮੈਂ ਤਿੰਨ ਨਹੀਂ ਕਵਾਂਗੀ, ਮੈਂ ਦੋ ਹੀ ਕਵਾਂਗੀ ਕਿ ਦੋ ਹੀ ਨੂਲੇ ਵਾਸਤੇ ਮਿਲੇ ਹਨ। ਜਿੰਨੀ ਇਨਫੋਰਮੇਸ਼ਨ ਹੋਵੇਗੀ ਮੈਂ ਓਨੀ ਹੀ ਦੱਸਾਂਗੀ, ਓਨੀ ਹੀ ਸ਼ੇਅਰ ਕਰਾਂਗੀ, ਠੀਕ ਹੈ ਵਿਊਵਰਸ ਨਾਲ। ਅਤੇ ਜਿਨ੍ਹਾਂ ਨੇ ਵੀ ਨਾਪੋਲੀ ਵਿੱਚ ਪੇਪਰ ਭਰੇ ਹਨ ਅਤੇ ਸੋ ਉਹਨਾਂ ਨੂੰ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਨਾਪੋਲੀ ਵਿੱਚ ਪੇਪਰ ਜ਼ਿਆਦਾ ਨਿਕਲਦੇ ਹਨ। ਅਤੇ ਸੋ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਜਿਹੜੀ ਨਿਊ ਇਮੀਗ੍ਰੇਸ਼ਨ ਓਪਨ ਹੋਣ ਦੀ। ਅਤੇ ਜੀ ਨਿਊ ਇਮੀਗ੍ਰੇਸ਼ਨ ਓਪਨ ਹੋ ਸਕਦੀ ਹੈ ਜੀ ਹੁਣ ਜਿਹੜੀ ਆਪਾਂ ਨੂੰ ਨਿਊਜ਼ ਮਿਲੀ ਹੈ, ਜਾਂ ਤਾਂ ਹੋ ਸਕਦੀ ਹੈ ਜੁਲਾਈ ਦੇ ਇਸ ਮੰਥ ਦੇ ਲਾਸਟ 'ਤੇ ਜਾਂ ਅਗਸਤ ਵਿੱਚ ਓਪਨ ਹੋਣ ਦੇ ਚਾਂਸਿਸ ਹਨ ਕਾਫੀ, ਲਾਸਟ ਵਿੱਚ ਅਗਸਤ ਦੇ। ਕਿਉਂਕਿ ਜੀ ਜੁਲਾਈ ਵਿੱਚ ਅਗਰ ਨਹੀਂ ਹੁੰਦੀ ਹੈ ਅਤੇ ਅਗਸਤ ਦੇ ਲਾਸਟ ਵਿੱਚ ਹੋਏਗੀ। ਤੁਸੀਂ ਸੋਚੋਗੇ ਵੀ ਲਾਸਟ ਵਿੱਚ ਹੀ ਕਿਉਂ, ਜਿੱਦਾਂ ਅਤੇ ਜੀ ਲਾਸਟ ਵਿੱਚ ਇਸ ਕਰਕੇ ਕਿਉਂਕਿ ਅਗਸਤ ਦੇ ਸ਼ੁਰੂ ਵਿੱਚ ਹੋ ਜਾਂਦੀਆਂ ਹਨ ਛੁੱਟੀਆਂ, ਠੀਕ ਹੈ। ਸਾਰੇ ਆਫਿਸ 'ਚ ਛੁੱਟੀਆਂ ਹੋ ਜਾਂਦੀਆਂ ਹਨ, ਤਕਰੀਬਨ ਸਾਰੇ ਆਫਿਸ ਕਲੋਜ਼ ਹੋ ਜਾਂਦੇ ਹਨ। ਇਮੀਗ੍ਰੇਸ਼ਨ ਆਫਿਸ ਜਾਂ ਕਿੱਦਾਂ ਵੀ ਕੋਈ ਵੀ ਸਰਕਾਰੀ ਕੰਮ ਆ ਸਾਰਾ ਆਫ ਹੋ ਜਾਂਦਾ ਹੈ 10 ਤੋਂ 15 ਦਿਨਾਂ ਲਈ, ਠੀਕ ਹੈ। 20 ਦਿਨ ਵੀ ਹੋ ਸਕਦਾ ਹੈ। ਅਤੇ ਇਸ ਕਰਕੇ ਉਦੋਂ ਕੋਈ ਵੀ ਇੱਦਾਂ ਕੰਮ ਨਹੀਂ ਹੁੰਦਾ ਹੈ ਅਤੇ ਇਸ ਕਰਕੇ ਪੇਪਰ ਆਪਾਂ ਸੋਚ ਸਕਦੇ ਹਾਂ ਨਿਕਲਣ ਦੇ ਚਾਂਸਿਸ ਹਨ ਕਿ ਅਗਸਤ ਦੇ ਲਾਸਟ ਵਿੱਚ ਪੇਪਰ ਨਿਕਲ ਆਉਣ, ਠੀਕ ਹੈ, ਨਿਊ ਇਮੀਗ੍ਰੇਸ਼ਨ ਓਪਨ ਹੋ ਜਾਏ। ਅਤੇ ਅਗਰ ਨਿਊ ਇਮੀਗ੍ਰੇਸ਼ਨ ਓਪਨ ਹੁੰਦੀ ਹੈ ਤਾਂ ਇਸ ਤੋਂ ਤੁਹਾਨੂੰ ਅਸੀਂ ਤਾਂ ਇਹ ਅਪਡੇਟ ਦੇ ਰਹੇ ਹਾਂ ਕਿ ਨਿਊ ਇਮੀਗ੍ਰੇਸ਼ਨ ਓਪਨ ਹੋਣ ਤੋਂ ਪਹਿਲਾਂ ਤੁਸੀਂ ਕਿਸੇ ਐਸੇ ਪਰਸਨ ਨਾਲ ਗੱਲ ਕਰਕੇ ਰੱਖੋ ਜਿਹੜੇ ਤੁਹਾਡੇ ਪੇਪਰ ਭਰਾ ਸਕੇ ਜਾਂ ਖੁਦ ਭਰ ਸਕੇ, ਠੀਕ ਹੈ। ਅਤੇ ਉਹ ਪਰਸਨ ਵੀ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਹਾਂਜੀ ਜੀ ਉਹਨੂੰ ਵਰਕਰ ਦੀ ਨੀਡ ਆ, ਕੋਈ ਮਾਲਕ ਹੋਵੇ, ਇੰਪਲੋਇਰ ਹੋਵੇ, ਕੋਈ ਵੀ ਹੋਵੇ ਵੀ ਉਹਨੂੰ ਵਰਕਰ ਦੀ ਨੀਡ ਆ ਤਾਂ ਕਰਕੇ, ਠੀਕ ਹੈ, ਉਹ ਪੇਪਰ ਭਰ ਰਿਹਾ ਹੈ। ਇੱਦਾਂ ਹੀ ਨਾ ਹੋਵੇ ਕਿ ਉਹਦੇ ਕੋਲ ਕੰਮ ਵੀ ਨਾ ਹੋਵੇ, ਨਾ ਉਹ ਟੈਕਸ ਪੇ ਕਰਦਾ ਹੋਵੇ ਅਤੇ ਨਾ ਉਹ ਸੈਲਰੀ ਦੇਣ ਜੋਗਾ ਹੋਵੇ, ਠੀਕ ਹੈ। ਅਤੇ ਕੋਈ ਇੱਦਾਂ ਦਾ ਪਰਸਨ ਹੋਵੇ ਜਿਹਦੇ ਕੋਲ ਕੰਮ ਵੀ ਹੋਵੇ, ਜਿਹਦੇ ਅੰਡਰ ਕਾਫੀ ਲੋਕ ਕੰਮ ਵੀ ਕਰਦੇ ਪਏ ਹੋਣ ਅਤੇ ਜਿਹੜਾ ਟੈਕਸ ਵੀ ਪ੍ਰੋਪਰ ਪੇ ਕਰਦਾ ਹੋਵੇ ਅਤੇ ਸੈਲਰੀ ਵੀ ਤੁਹਾਨੂੰ ਦੇ ਸਕਦਾ ਹੋਵੇ। ਕਿਉਂਕਿ ਪੇਪਰ ਨਿਕਲਣ ਵਿੱਚ 80% ਜਿਹੜਾ ਹੁੰਦਾ ਹੈ ਉਹ ਇਹੋ ਹੀ ਦੇਖਿਆ ਜਾਂਦਾ ਹੈ ਕਿ ਜਿੰਨੇ ਪੇਪਰ ਭਰੇ ਹਨ ਉਸ ਕੋਲ ਕੋਈ ਕੰਮ ਵੀ ਹੈ ਜਾਂ ਨਹੀਂ, ਠੀਕ ਹੈ। ਅਤੇ ਕਈ ਵਿਊਵਰਸ ਇੱਦਾਂ ਪੁੱਛਦੇ ਹਨ ਕਿ ਜਿੱਦਾਂ ਉਹਨਾਂ ਦੇ ਪੇਪਰ ਭਰੇ ਨੂੰ ਸਾਲ 2 ਸਾਲ ਹੋ ਗਏ ਹਨ, ਠੀਕ ਆ ਨਾ, ਸਾਲ 2 ਸਾਲ ਹੋ ਗਏ ਹਨ। ਅਤੇ ਪਲੀਜ਼ ਤੁਸੀਂ ਇਹ ਨਹੀਂ ਵੀ ਤੁਸੀਂ ਪੇਪਰ ਭਰ ਕੇ ਅਤੇ ਬਾਅਦ 'ਚੋਂ ਵੇਟ 'ਚ ਬੈਠੇ ਰਹਿਣਾ ਵਾ। ਤੁਸੀਂ ਜਿਸ ਕੋਲੋਂ ਪੇਪਰ ਭਰਾਏ ਹਨ ਜਾਂ ਉਹ ਏਜੰਟ ਆ ਜਾਂ ਮਾਲਕ ਆ ਜਾਂ ਕੌਣ ਆ,
ਉਸ ਕੋਲ ਜਾ ਕੇ ਤੁਸੀਂ ਪੁੱਛੋ, ਤੁਸੀਂ ਲਾਰਿਆਂ ਦੇ ਵਿੱਚ ਨਾ ਰਿਓ ਕਿ ਹਾਂ ਤੇਰੇ ਪੇਪਰ ਨਿਕਲ। ਤੇ ਇੱਕ ਜਿਹੜਾ ਇਹ ਕੁਐਸਚਨ ਜ਼ਿਆਦਾਤਰ ਪੁੱਛਿਆ ਜਾਂਦਾ ਕਿ ਲਿਸਟ ਵਿੱਚ ਨਾਮ ਆ ਗਿਆ ਵਾ। ਪਹਿਲੀ ਤਾਂ ਗੱਲ ਇਹ ਕਿ ਤੁਹਾਡਾ ਕਿਹੜੀ ਲਿਸਟ ਵਿੱਚ ਨਾਮ ਆਇਆ ਹੁੰਦਾ ਵਾ, ਕਿ ਹਾਂ ਤੁਹਾਡੇ ਤੁਹਾਨੂੰ ਇਹ ਕੌਣ ਆਂਦਾ ਵਾ ਕਿ ਲਿਸਟ ਵਿੱਚ ਨਾਮ ਆ ਗਿਆ ਵਾ ਤੇ ਤੁਹਾਡੇ ਪੇਪਰ ਨਿਕਲਣੇ ਆ। ਤੇ ਫਿਰ ਈਮੇਲ ਆ ਜਾਏਗੀ ਤੇ ਪੇਪਰ ਨਿਕਲਣ ਦੇ 100% ਚਾਂਸ ਆ, ਕਿਉਂਕਿ ਤੁਹਾਡਾ ਲਿਸਟ ਵਿੱਚ ਨਾਮ ਆ ਗਿਆ ਵਾ। ਪਹਿਲੀ ਤਾਂ ਗੱਲ ਇਹ ਆ ਕਿ ਇੱਦਾਂ ਦੀ ਕੋਈ ਲਿਸਟ ਹੀ ਨਹੀਂ ਹੁੰਦੀ। ਇਹ ਜਿੱਥੋਂ ਤੱਕ ਮੇਰਾ ਆਈਡੀਆ ਹੈ, ਤੁਹਾਨੂੰ ਇਹ ਕੋਈ ਲਾਰਾ ਲਾਉਣ ਲਈ ਹੀ ਇਹ ਗੱਲ ਬੋਲਦਾ ਹੈ ਕਿ ਲਿਸਟ ਵਿੱਚ ਨਾਮ ਆ ਗਿਆ ਹੈ। ਕਿਹੜੀ ਐਸੀ ਲਿਸਟ ਪਹਿਲਾਂ ਉਹ ਜਾਰੀ ਕਰਦੇ ਹਨ ਕਿ ਵਿੱਚ ਨਾਮ ਆ ਗਏ ਹਨ। ਅੱਜ ਇੱਦਾਂ ਹੀ ਕਿਸੇ ਦਾ ਕੁਐਸਚਨ ਸੀ ਕਿ ਮੇਰਾ ਲਿਸਟ ਦੇ ਵਿੱਚ ਨਾਮ ਆ ਗਿਆ ਵਾ ਤੇ ਪਰ 6 ਮਹੀਨੇ ਹੋ ਗਏ ਆ। ਤੇ ਤੁਹਾਨੂੰ ਖੁਦ ਦਾ ਦਿਮਾਗ ਲਾਉਣਾ ਚਾਹੀਦਾ ਕਿ ਅਗਰ ਕੋਈ ਲਿਸਟ ਐਸੀ ਹੈ ਵੀ ਤੁਹਾਡਾ ਨਾਮ ਆ ਗਿਆ ਤੇ ਫਿਰ ਤੁਸੀਂ 6 ਮਹੀਨੇ ਤੋਂ ਕਾਹਦੀ ਬੈਠ ਕੇ ਵੇਟ ਕਰ ਰਹੇ ਹੋ, ਕਿਸ ਚੀਜ਼ ਦੀ ਵੇਟ ਕਰ ਰਹੇ ਹੋ। ਠੀਕ ਹੈ, ਇਹ ਲਿਸਟ ਵਿੱਚ ਨਾਮ ਆਉਣਾ, ਮੈਨੂੰ ਇਸ ਬਾਰੇ ਕੋਈ ਆਈਡੀਆ ਨਹੀਂ ਹੈ ਕਿ ਲਿਸਟ ਵਿੱਚ ਨਾਮ ਆਉਣਾ ਹੈ। ਤੇ ਇਸ ਬਾਰੇ ਮੈਂ ਇਨਫੋਰਮੇਸ਼ਨ ਵੀ ਲਈ ਸੀ ਤੇ ਉਹਨਾਂ ਵੀ ਮੈਨੂੰ ਇਹੀ ਦੱਸਿਆ ਕਿ ਲਿਸਟ ਕੁਝ ਵੀ ਨਹੀਂ ਹੁੰਦਾ। ਠੀਕ ਆ ਨਾ, ਲਿਸਟ ਵਿੱਚ ਨਾਮ ਆਉਣਾ ਕੋਈ ਐਸਾ ਕੁਝ ਹੁੰਦਾ ਹੀ ਨਹੀਂ ਹੈ। ਇਹ ਜਸਟ ਈਮੇਲ ਆਉਂਦੀ ਹੈ, ਜਿਸ ਬੰਦੇ ਨੇ ਤੁਹਾਡੇ ਪੇਪਰ ਭਰੇ ਹੋਣ ਉਸ ਨੂੰ ਈਮੇਲ ਆਉਂਦੀ ਹੈ ਕਿ ਹਾਂਜੀ ਜੀ ਤੁਹਾਡਾ ਨੂਲਾ ਉਸਦਾ ਨਿਕਲ ਗਿਆ ਹੈ ਤੇ ਆਪਣਾ ਨੂਲਾ ਉਸਦਾ ਆ ਕੇ ਲੈ ਜਾਓ। ਤੇ ਜਾਂ ਫਿਰ ਤੁਹਾਡੇ ਡਾਕੂਮੈਂਟ ਠੀਕ ਨਹੀਂ ਹਨ ਤੇ ਆਹ ਡਾਕੂਮੈਂਟ ਬਾਰੇ, ਇਹ ਡਾਕੂਮੈਂਟ ਸਾਨੂੰ ਦੁਬਾਰਾ ਦਿਓ ਜਾਂ ਕੀ ਪ੍ਰੋਬਲਮ ਆ, ਇਹ ਹੁੰਦਾ ਹੈ। ਇਹ ਲਿਸਟ ਵਿੱਚ ਨਾਮ ਆਉਣਾ ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ। ਤੇ ਅਗਰ ਤੁਹਾਨੂੰ ਪਤਾ ਹੈ ਕਿ ਕਿਉਂ ਲਿਸਟ ਵਿੱਚ ਨਾਮ ਆਉਂਦਾ ਹੈ ਤਾਂ ਪਲੀਜ਼ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਹੜੀ ਲਿਸਟ ਉਹ ਹੁੰਦੀ ਹੈ। ਸ਼ਾਇਦ ਮੈਨੂੰ ਆਈਡੀਆ ਨਾ ਹੋਵੇ ਤੇ ਸ਼ਾਇਦ ਜਿਨ੍ਹਾਂ ਕੋਲ ਮੈਂ ਪੁੱਛਿਆ ਸ਼ਾਇਦ ਉਹਨਾਂ ਨੂੰ ਵੀ ਆਈਡੀਆ ਨਾ ਹੋਵੇ, ਕਿਉਂਕਿ ਮੈਨੂੰ ਤਾਂ ਬਿਲਕੁਲ ਇਸ ਚੀਜ਼ ਦਾ ਆਈਡੀਆ ਹੈ ਹੀ ਨਹੀਂ ਕਿ ਲਿਸਟ ਹੁੰਦੀ ਕੀ ਹੈ। ਤੇ ਨੈਕਸਟ ਆ ਜੀ, ਇਟਲੀ ਵਿੱਚ ਜਿਹੜਾ ਨਿਊ ਸਰਕੂਲਰ ਪਾਸ ਹੋਇਆ ਵਾ ਗਵਰਨਮੈਂਟ ਵੱਲੋਂ, ਤੇ ਉਹਦੇ ਪਾਸ ਹੋਣ ਨਾਲ ਬਹੁਤ ਜ਼ਿਆਦਾ ਤੇਜ਼ੀ ਆਈ ਹੈ ਪੇਪਰ ਨਿਕਲ 'ਚ। ਜਿੱਦਾਂ ਕਿ ਤੁਸੀਂ ਡੇਲੀ ਸੁਣਦੇ ਹੋਗੇ ਕਿ ਹੁਣ ਕਾਫੀ ਜ਼ਿਆਦਾ ਪੇਪਰ ਨਿਕਲ ਰਹੇ ਹਨ ਤੇ ਸ਼ਾਇਦ ਹੋਰ ਸਿਟੀਜ਼ ਵਿੱਚ ਵੀ ਪੇਪਰ ਨਿਕਲ ਰਹੇ ਹੁਣ ਜਿਨ੍ਹਾਂ ਦਾ ਆਪਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਹੈ, ਕਿਉਂਕਿ ਆਪਾਂ ਨੂੰ ਉੱਥੋਂ ਇਨਫੋਰਮੇਸ਼ਨ ਨਹੀਂ ਕੋਈ ਮਿਲੀ ਹੈ। ਸੋ ਆਪਾਂ ਨੂੰ ਕਈ ਸਿਟੀਜ਼ ਦਾ ਤਾਂ ਅਜੇ ਪਤਾ ਹੀ ਨਹੀਂ ਹੋਏਗਾ ਤੇ ਜਿਨ੍ਹਾਂ ਦਾ ਪਤਾ ਹੁੰਦਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਤੇ ਜੀ ਉਹ ਨਵਾਂ ਸਰਕੂਲਰ ਜਿਹੜਾ ਪਾਸ ਹੋਇਆ ਹੈ ਉਸ ਨਾਲ ਪੇਪਰ ਬਹੁਤ ਤੇਜ਼ੀ ਨਾਲ ਹੁਣ ਨਿਕਲਣੇ ਸ਼ੁਰੂ ਹੋ ਗਏ ਹਨ। ਇਸ ਕਰਕੇ ਆਪਾਂ ਨੂੰ ਰੋਜ਼ ਹੀ ਕੋਈ ਨਾ ਕੋਈ ਅਪਡੇਟ ਕਿਸੇ ਨਾ ਕਿਸੇ ਸਿਟੀ ਦੀ ਮਿਲ ਜਾਂਦੀ ਹੈ। ਸੋ ਇਹ ਬਹੁਤ ਹੀ ਵਧੀਆ ਨਿਊਜ਼ ਹੈ ਕਿ ਚਲੋ ਜੀ ਹੁਣ ਜਿਹੜੇ ਇੰਨੇ ਚਿਰਾਂ ਤੋਂ ਵੇਟ ਕਰ ਰਹੇ ਸੀ ਹੁਣ ਸਾਰਿਆਂ ਨੂੰ ਪੇਪਰ ਮਿਲ ਜਾਣਗੇ, ਕਿਉਂਕਿ ਵੇਟ ਕਰਨੇ ਬਹੁਤ ਔਖਾ ਹੀ ਕੰਮ ਹੁੰਦਾ ਹੈ। ਤੇ ਜੀ ਇਟਲੀ ਵਿੱਚ ਤੁਸੀਂ ਆਉਣ ਦੇ ਚਾਹਵਾਨ ਤਾਂ ਹੋ ਹੀ ਤੇ ਪਰ ਤੁਸੀਂ ਪਲੀਜ਼ ਲੈਂਗੁਏਜ ਜ਼ਰੂਰ ਸਿੱਖਣਾ। ਅਗਰ ਤੁਸੀਂ ਇੱਥੇ ਆ ਕੇ ਵੀ ਸਾਲ 2 ਸਾਲ 3 ਸਾਲ 4 ਸਾਲ ਲੈਂਗੁਏਜ ਨਹੀਂ ਸਿੱਖੀ ਤੇ ਤੁਹਾਨੂੰ ਪਤਾ ਲੱਗਣਾ ਹੈ ਬਾਅਦ ਵਿੱਚ ਕਿ ਅਗਰ ਮੈਂ ਪਹਿਲਾਂ ਹੀ ਸਿੱਖ ਲੈਣਾ ਤਾਂ ਮੇਰੇ ਬਹੁਤ ਜ਼ਿਆਦਾ ਮਸਲੇ ਲੈਂਗੁਏਜ ਨਾਲ ਹੀ ਹੱਲ ਹੋ ਜਾਂਦੇ ਹਨ। ਠੀਕ ਹੈ, ਇੱਕ ਤਾਂ ਆਪਾਂ ਨੂੰ ਕੰਮ ਵਧੀਆ ਮਿਲ ਜਾਂਦਾ ਹੈ ਲੈਂਗੁਏਜ ਆਉਣ ਨਾਲ, ਤੇ ਦੂਜਾ ਆਪਾਂ ਕਿਸੇ ਨਾਲ ਵੀ ਗੱਲਬਾਤ ਕਰ ਸਕਦੇ ਹਾਂ, ਕੋਈ ਨਵੀਂ ਇਨਫੋਰਮੇਸ਼ਨ ਲੈ ਸਕਦੇ ਹਾਂ। ਆਪਾਂ ਜਿੱਦਾਂ ਆਪਣੇ ਜਾ ਕੇ ਕੋਈ ਪੇਪਰਾਂ ਦਾ ਕੰਮ ਕਰਾਉਣਾ ਹੋਵੇ ਤਾਂ ਉਹ ਵੀ ਕਰਵਾ ਸਕਦੇ ਹਾਂ। ਠੀਕ ਹੈ, ਤੇ ਇੱਕ ਗੱਲ ਹੋਰ, ਕਈ ਪੁੱਛਦੇ ਸੀ ਕਿ ਜਿੱਦਾਂ ਕਿ ਆਪਾਂ ਜਦੋਂ ਪੇਪਰ ਜਮ੍ਹਾਂ ਕਰਾਉਣ ਜਾਂਦੇ ਹਾਂ ਤੇ ਉੱਥੇ ਹਾਂਜੀ ਤੇ ਆਪਾਂ ਜਿੱਦਾਂ ਪੇਪਰ ਜਮ੍ਹਾਂ ਕਰਾਉਣ ਜਾਂਦੇ ਹਾਂ ਤੇ ਉਦੋਂ ਕਿ ਆਪਾਂ ਨੂੰ ਬਰਥ ਸਰਟੀਫਿਕੇਟ ਦੀ ਲੋੜ ਪੈਂਦੀ ਹੈ ਤੇ ਨਹੀਂ ਜੀ, ਉਸ ਟਾਈਮ ਤੁਹਾਨੂੰ ਕਿਸੇ ਬਰਥ ਸਰਟੀਫਿਕੇਟ ਦੀ ਲੋੜ ਨਹੀਂ ਪੈਂਦੀ ਹੈ। ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ ਹੈ 1 ਸਾਲ ਦੀ ਵੈਲਿਡਿਟੀ ਵਾਲਾ, ਤੇ ਇਸ 'ਤੇ ਮੈਂ ਆਲਰੇਡੀ ਵੀਡੀਓ ਬਣਾ ਚੁੱਕੀ ਹਾਂ। ਠੀਕ ਹੈ, ਸੋ ਅਗਰ ਤੁਹਾਡੇ ਕੋਲ ਬਰਥ ਸਰਟੀਫਿਕੇਟ ਨਹੀਂ ਹੈ ਤਾਂ ਕੋਈ ਬਿਗ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਪੇਪਰ ਆਪਣੇ ਜਮ੍ਹਾਂ ਨਹੀਂ ਕਰਵਾ ਸਕਦੇ ਹੋ। ਸੋ ਅਗਰ ਜਿੱਦਾਂ ਕਿ ਹੁਣ ਨਿਊ ਇਮੀਗ੍ਰੇਸ਼ਨ ਓਪਨ ਹੋਣ ਵਾਲੀ ਹੈ ਤਾਂ ਪਲੀਜ਼ ਕੋਈ ਨਾ ਕੋਈ ਬੰਦਾ ਇੱਦਾਂ ਦਾ ਆਪਣੇ ਹੱਥਾਂ ਵਿੱਚ ਜ਼ਰੂਰ ਰੱਖੋ ਜਿਸ ਕੋਲ ਤੁਸੀਂ ਕੰਮ ਕਰਵਾ ਸਕੋ, ਔਰ ਜਿਹਦਾ ਆਲਰੇਡੀ ਵਧੀਆ ਕੰਮ ਚੱਲਦਾ ਹੋਵੇ, ਜਿਹੜਾ ਤੁਹਾਡੇ ਪੇਪਰ ਭਰ ਸਕੇ।
ਤੇ ਤੁਸੀਂ ਜੀ ਇੱਦਾਂ ਜਿੱਦਾਂ ਕਿ ਤੁਹਾਨੂੰ ਟਾਈਮ ਜ਼ਿਆਦਾ ਹੋ ਗਿਆ ਵਾ ਤੇ ਪਲੀਜ਼ ਤੁਸੀਂ ਵੇਟ 'ਚ ਨਾ ਬੈਠੇ ਰਿਹਾ ਕਰੋ। ਅਗਰ ਤੁਸੀਂ ਏਜੰਟ ਕੋ ਪੇਪਰ ਭਰਾਏ ਹਨ ਤੇ ਉਸ ਨੂੰ ਜਾ ਕੇ ਪੁੱਛੋ ਕਿ ਪੇਪਰ ਕਿਉਂ ਨਹੀਂ ਨਿਕਲ ਰਹੇ ਹਨ, ਤੇ ਜਾਂ ਤੁਹਾਨੂੰ ਲਿਸਟ ਵਾਲਾ ਝੂਠਾ ਲਾਰਾ ਲਾ ਦਿੰਦਾ ਹੈ ਮੈਨੂੰ ਲੱਗਦਾ, ਜਾਂ ਹੋਰ ਕੋਈ ਲਾਰਾ, ਤੇ ਪਰ ਇੰਨਾ ਟਾਈਮ ਨਹੀਂ ਲੱਗਦਾ ਹੈ 9 ਮੰਥ ਵਾਲੇ ਪੇਪਰ ਨਿਕਲਣ ਲਈ। ਅਤੇ ਹਾਂਜੀ ਜੀ, ਆਪਾਂ ਇਹ ਮੰਨ ਸਕਦੇ ਹਾਂ ਕਿ ਜਿਹੜੇ ਸਾਲ ਵਾਲੇ ਪੇਪਰ ਹੁੰਦੇ ਆ ਤੇ ਜਾਂ ਜਿੱਦਾਂ ਫੈਮਿਲੀ ਵਾਲੇ ਪੇਪਰ ਹੁੰਦੇ ਆ ਉਹ ਨਿਕਲਣ ਤੇ ਜ਼ਰੂਰ ਟਾਈਮ ਲੱਗ ਜਾਂਦਾ ਹੈ, ਪਰ 9 ਮੰਥ ਵਾਲੇ ਪੇਪਰਾਂ 'ਤੇ ਵੀ ਇੰਨਾ ਟਾਈਮ, ਉਨੇ ਚਿਰ ਨੂੰ ਤੇ ਨਿਊ ਇਮੀਗ੍ਰੇਸ਼ਨ ਓਪਨ ਹੋਣ ਵਾਲੀ ਹੁੰਦੀ ਆ, ਫਿਰ ਚਾਂਸਿਸ ਹੋਰ ਜ਼ਿਆਦਾ ਘੱਟ ਹੋ ਜਾਂਦੇ ਹਨ। ਸੋ ਇਸ ਬਾਰੇ ਜ਼ਰੂਰ ਤੁਸੀਂ ਆਪਣਾ ਇੱਥੋਂ ਪੁੱਛੋ ਕਿ ਕਿਉਂ ਨਹੀਂ ਪੇਪਰ ਨਿਕਲੇ ਹਨ। ਤੇ ਲਾਸਟ ਵਿੱਚ ਆਪਾਂ ਦੱਸ ਦਿੰਦੇ ਹਾਂ ਜੀ, ਜਿਸ ਦੀ ਕਿ ਸਭ ਨੂੰ ਹੀ ਵੇਟ ਰਹਿੰਦੀ ਹੈ ਕਿ ਇਟਲੀ ਦੀਆਂ ਕਿੰਨਾ ਸਿਟੀਜ਼ ਵਿੱਚ ਨਿਕਲੇ ਹਨ ਪੇਪਰ। ਠੀਕ ਹੈ, ਜਿਹੜੀ ਆਪਾਂ ਨੂੰ ਇਨਫੋਰਮੇਸ਼ਨ ਆਈ ਹੈ ਆਪਾਂ ਉਸੇ ਹਿਸਾਬ ਨਾਲ ਤੁਹਾਨੂੰ ਦੱਸ ਦਿੰਦੇ ਹਾਂ। ਤੇ ਜੀ ਇਸ ਵਿੱਚ ਪਹਿਲੀ ਸਿਟੀ ਹੈ ਜੀ ਕੋਸੈਂਸਾ, COSENZA। ਇੱਥੇ ਨਿਕਲੇ ਹਨ ਜੀ ਸਾਲ ਵਾਲੇ ਪੇਪਰ, 2 ਨਿਕਲੇ ਹਨ ਜੀ ਸਾਲ ਵਾਲੇ ਪੇਪਰ ਤੇ 2 ਹੀ ਨਿਕਲੇ ਹਨ ਜੀ 9 ਮੰਥ ਵਾਲੇ ਪੇਪਰ ਕੋਸੈਂਸਾ ਸਿਟੀ 'ਚ। ਤੇ ਨੈਕਸਟ ਹੈ ਜੀ ਤ੍ਰੇਵਿਸੋ ਸਿਟੀ ਵਿੱਚ ਨਿਕਲੇ ਹਨ ਜੀ 2 9 ਮੰਥ ਵਾਲੇ ਪੇਪਰ। ਤੇ ਨੈਕਸਟ ਹੈ ਜੀ ਮਾਨਤੋਵਾ ਵਿੱਚ ਵੀ ਇੱਕ ਨੂੰ ਲਾਸਟ ਮਿਲਿਆ ਹੈ ਜੀ 9 ਮੰਥ ਵਾਲਾ, ਮਾਨਤੋਵਾ ਵਿੱਚ MANTOVA ਮਾਨਤੋਵਾ। ਐਂਡ ਨੈਕਸਟ ਹੈ ਜੀ ਸਰਦੀਨੀਆ, SARDINIA ਸਰਦੀਨੀਆ ਵਿੱਚ ਜੀ ਮਿਲੇ ਹਨ 3 ਨੂਲਿਆਸ ਤੇ 9 ਮੰਥ ਵਾਲੇ। ਤੇ ਨੈਕਸਟ ਹੈ ਜੀ ਬੇਨੇਵੈਂਤੋ ਵਿੱਚ ਜੀ ਮਿਲੇ ਹਨ 2 ਨੂਲਿਆਸ ਤੇ ਵਿੱਚੋਂ ਇੱਕ ਹੈ ਜੀ ਸਾਲ ਵਾਲਾ ਤੇ ਇੱਕ ਹੈ ਜੀ 9 ਮੰਥ ਵਾਲਾ। ਤੇ ਜੀ ਬੇਨੇਵੈਂਤੋ ਦੇ ਸਪੈਲਿੰਗ ਵੀ ਸਪੈਲ ਕਰ ਦਿੰਦੀ ਹਾਂ ਮੈਂ, BENEVENTO BENEVENTO ਬੇਨੇਵੈਂਤੋ। ਇੱਥੇ ਨਿਕਲੇ ਹਨ 2 ਨੂੰ ਲਾਸਟ ਦਾ, ਇੱਕ ਸਾਲ ਵਾਲਾ ਐਂਡ ਇੱਕ 9 ਮੰਥ ਵਾਲਾ। ਨੈਕਸਟ ਹੈ ਜੀ ਰੋਵੀਕਾ। ਕਿਸੇ ਨੇ ਪੁੱਛਿਆ ਸੀ ਕਿ ਰੋਵੀਕਾ ਹੈ ਜਾਂ ਰੋਵੀਕੋ ਆ, ਇੱਦਾਂ ਕਰਕੇ ਕਿਸੇ ਨੇ ਪੁੱਛਿਆ ਸੀ। ਤੇ ਜੀ ਇਹ ਆ ਰੋਵੀਕਾ, ROVIGA। ਰੋਵੀਕਾ ਵਿੱਚ ਨਿਕਲੇ ਹਨ ਜੀ 2 ਨੂਲਿਆਸ ਤੇ ਦੋਵੇਂ ਹੀ ਹਨ ਜੀ 9 ਮੰਥ ਵਾਲੇ। ਤੇ ਇੱਕ ਹਾਂਜੀ ਇੱਕ ਆ ਕਸਿਰਤਾ ਵਿੱਚ ਇੱਕ ਨੂਲਾਸ ਦਾ ਮਿਲਿਆ ਹੈ। ਤੇ ਇਸ ਕਸਿਰਤਾ ਦੇ ਸਪੈਲਿੰਗ ਵੀ ਸੁਣ ਲਓ, CASERTA ਕਸਿਰਤਾ। ਇੱਥੇ ਮਿਲਿਆ ਹੈ ਜੀ ਇੱਕ ਨੂਲਾਸ ਦਾ। ਤੇ ਇਹ ਸੀ ਜੀ ਸਿਟੀਜ਼ ਜਿਨ੍ਹਾਂ ਬਾਰੇ ਆਪਾਂ ਨੂੰ ਅੱਜ ਪਤਾ ਲੱਗਾ ਤੇ ਆਪਾਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਦਿੱਤੀ ਹੈ। ਅਗਰ ਤੁਹਾਡਾ ਕੋਈ ਵੀ ਡਾਊਟ ਹੋਵੇ ਤੁਹਾਡਾ, ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਕਰਕੇ ਪੁੱਛ ਸਕਦੇ ਹੋ। ਤੇ ਅਗਰ ਤੁਹਾਨੂੰ ਵੀਡੀਓ ਲੱਗੀ ਹੈ ਵਧੀਆ ਤੇ ਤੁਹਾਨੂੰ ਪਤਾ ਹੀ ਹੈ ਤੁਸੀਂ ਮੇਰੇ ਚੈਨਲ ਨੂੰ ਕਰ ਦੇਣਾ ਹੈ ਸਬਸਕ੍ਰਾਈਬ। ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਇਸ ਤੋਂ ਮਿਲੀ ਹੈ ਤਾਂ ਲਾਈਕ ਕਰੋ। ਐਂਡ ਅਗਰ ਤੁਹਾਨੂੰ ਇਹ ਲੱਗੇ ਇਹ ਵੀਡੀਓ ਵੀ ਕਿਸੇ ਤੱਕ ਪਹੁੰਚਾਉਣੀ ਚਾਹੀਦੀ ਹੈ, ਇਨਫੋਰਮੇਟਿਵ ਹੈ, ਤੇ ਇਸ ਨੂੰ ਸ਼ੇਅਰ ਜ਼ਰੂਰ ਕਰੋ। ਸੋ ਥੈਂਕ ਯੂ ਟੂ ਵਾਚ ਮਾਈ ਚੈਨਲ।